ਇਹ ਤਜ ਬੰਨ ਖੰਡ ਜਾਈਐ। ਘਰ ਬਾਰ ਛੱਡਣ ਦੇ ਨਾਲ, ਜੰਗਲਾਂ ਦੇ ਵਿੱਚ ਜਾਣ ਦੇ ਨਾਲ, ਜਾਂ ਜੰਗਲ ਦੇ ਵਿੱਚ ਕੰਧ ਮੂਲ ਗਾਜਰ ਮੂਲੀਆਂ ਜੋ ਵੀ ਕਹਿ ਲਓ, ਘਾਹ ਫੂਸ ਆਦਿਕ, ਵੀ ਬਾਬਾ ਜੀ ਰੋਟੀ ਨਹੀਂ ਖਾਂਦੇ, ਬਾਬਾ ਜੀ ਦੁੱਧਾ ਧਾਰੀ ਨੇ, ਵੀ ਜਿਹਨੂੰ ਦੁੱਧ ਮਿਲਦਾ ਉਹ ਰੋਟੀ ਉਹਨੇ ਕੀ ਕਰਨੀ ਹੈ। ਹੁਣ ਅੱਜ ਦੇ ਜ਼ਮਾਨੇ 'ਚ ਤਾਂ ਇੰਜ ਕਹਿ ਲਓ ਦੁੱਧ ਉਹੀ ਨਹੀਂ ਮਿਲਦਾ ਪਿਆ, ਇਹ ਤਾਂ ਜੀ ਦੁੱਧਾ ਧਾਰੀ ਨੇ। ਖਿਮਾ ਕਰਿਓ, ਇੱਥੇ ਬਚਨ ਨੇ ਗ੍ਰਹਿ ਤਜ ਬੰਨ ਖੰਡ ਜਾਈਐ, ਚੁੰਨ ਖਾਈਐ ਕੰਦਾ। ਕਹਿੰਦੇ ਘਰ ਬਾਰ ਛੱਡ ਕੇ, ਰੋਟੀ ਲੰਗਰ ਪ੍ਰਸ਼ਾਦਾ ਪਾਣੀ ਛੱਡ ਕੇ, ਜੇ ਬੰਦਾ ਕਵੇ ਇਹ ਕੰਧ ਮੂਲ ਖਾਂਦਾ ਹੈ ਤਾਂ ਸ਼ਾਇਦ ਇਹਦੇ ਪਾਪ ਝੜ ਜਾਣਗੇ। ਪਾਤਸ਼ਾਹ ਕਹਿੰਦੇ ਪਾਪ ਨਹੀਂ ਖਤਮ ਹੋਣੇ, ਜੋ ਬੀਜ ਬੀਜਿਆ ਗਿਆ ਆਪੇ ਬੀਜ ਆਪੇ ਹੀ ਖਾਹੋ। ਰੋਜ਼ ਤੁਸੀਂ ਪੜ੍ਹਦੇ ਹੋ। ਇੱਕ ਦਫਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਨੇ, ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਇੱਕ ਸੰਨਿਆਸੀ ਸਾਧੂ, ਇੱਕ ਸੰਨਿਆਸੀ, ਉਹਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਦੇ ਉੱਪਰ 10ਵੇਂ ਨਾਨਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਿਰਾਜੇ ਨੇ, ਤੇ ਉਹ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਾ ਪਹੁੰਚਿਆ। ਜਦੋਂ ਆਨੰਦਪੁਰ ਸਾਹਿਬ ਗਿਆ ਤੇ ਬੜਾ ਇਕੱਠ ਹੈ, ਸੰਗਤਾਂ ਦੀ ਗਹਿਮਾ ਗਹਿਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੀ ਜੰਗ ਯੁੱਧ ਦੀ ਤਿਆਰੀ ਕਰ ਰਹੇ ਨੇ। ਤੇ ਉਹ ਸੰਨਿਆਸੀ ਜਦੋਂ ਗਿਆ ਨਾ ਆਨੰਦਪੁਰ ਸਾਹਿਬ, ਤੇ ਇੱਕ ਸਿੱਖ ਨੂੰ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣਾ ਵੀ ਹੈ ਤੇ ਦਰਸ਼ਨ ਵੀ ਕਰਨੇ ਨੇ, ਤੁਸੀਂ ਮਿਲਾ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਤੇ ਉਹ ਕਹਿੰਦਾ ਸਿੱਖ ਦਾ ਕੰਮ ਹੀ ਇਹ ਹੈ ਕਿ ਜਿਹੜਾ ਗੁਰੂ ਦੇ ਨਾਲ ਮੇਲ ਕਰਾ ਦੇਵੇ। ਕਹਿੰਦੇ ਬਿਲਕੁਲ, ਕਹਿੰਦੇ ਆਓ ਮੇਰੇ ਨਾਲ। ਜਦੋਂ ਕਹਿੰਦੇ ਉਹ ਸੰਨਿਆਸੀ ਨੂੰ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਵਿਖੇ ਜਦੋਂ ਸਾਹਮਣੇ ਦੀਵਾਨ ਸਜਿਆ, ਦਰਬਾਰ ਸਜਿਆ, ਗੁਰਮਤਿ ਦੀਆਂ ਵਿਚਾਰਾਂ ਹੋ ਰਹੀਆਂ ਨੇ, ਬੀਰ ਰਸ ਦੀ ਕਥਾ ਹੋ ਰਹੀ ਹੈ, ਬਾਣੀ ਦੇ ਜਾਪ ਹੋ ਰਹੇ ਨੇ, ਤੇ ਜਦੋਂ ਉਹ ਸੰਨਿਆਸੀ ਨੇ ਦੂਰੋਂ ਵੇਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਾਲਾ ਸਜਿਆ, ਕਲਗੀ ਲੱਗੀ ਹੈ, ਸਿੰਘ ਆਲੇ ਦੁਆਲੇ ਐਨ ਸਿਪਾਹ ਸਿਲਾਰ ਖਲੋਤੇ ਨੇ, ਸੋਹਣੀ ਪੁਸ਼ਾਕ ਪਾਈ ਹੋਈ ਹੈ, ਤਾਂ ਸੰਨਿਆਸੀ ਦੂਰੋਂ ਵੇਖਦਾ ਹੈ ਤੇ ਇੱਕਦਮ ਮੁੜ ਚੱਲਿਆ। ਦਰਅਸਲ ਕਈ ਦਫਾ ਜੋ ਆਪਾਂ ਵੇਖਦੇ ਹਾਂ ਨਾ, ਜੋ ਆਪਾਂ ਵੇਖਦੇ ਹਾਂ ਉਹ ਕਈ ਦਫਾ ਹੁੰਦਾ ਨਹੀਂ, ਜੋ ਹੁੰਦਾ ਤੇ ਉਹ ਤੁਸੀਂ ਵੇਖ ਨਹੀਂ ਸਕਦੇ। ਉਦਾਹਰਨ ਲੈ ਲਓ, ਕੋਈ ਦੋਵੇਂ ਭੈਣ ਭਰਾ, ਇੱਕ ਭਰਾ ਆਪਣੀ ਭੈਣ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਕਿਤੇ ਸ਼ਹਿਰ ਕਿਸੇ ਕੰਮ ਚੱਲਿਆ, ਜਾਂ ਇੱਕ ਇੰਜ ਕਹਿ ਲਓ ਵੀ ਆਲੇ ਦੁਆਲੇ ਪਿੰਡ ਨੇ, ਕੋਈ ਭਰਾ ਆਪਣੀ ਭੈਣ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਵੀ ਚਲੋ ਕਹਿੰਦਾ ਤੈਨੂੰ ਮਸਤੂਆਣਾ ਸਾਹਿਬ ਮੈਂ ਕਾਲਜ ਵਿੱਚ ਛੱਡ ਆਉਣਾ। ਹੁਣ ਹਨ ਤਾਂ ਭੈਣ ਭਰਾ, ਪਰ ਜਿਹੜੇ ਲੋਕ ਵੇਖ ਰਹੇ ਨੇ ਉਹਨਾਂ ਦੀ ਜਿਹੜੀ ਨਜ਼ਰ ਹੈ ਨਾ, ਜੋ ਵੇਖਦੇ ਨੇ ਉਹ ਹੈ ਨਹੀਂ, ਤੇ ਜੋ ਹੈ ਨਹੀਂ ਉਹ ਵੇਖ ਨਹੀਂ ਸਕਦੇ। ਪਰ ਜਦੋਂ ਉਹਨਾਂ ਨੂੰ ਹਕੀਕਤ ਦਾ ਪਤਾ ਚੱਲਦਾ ਹੈ ਵੀ ਇਹ ਤਾਂ ਭੈਣ ਭਰਾ ਸਨ, ਓਏ ਮੂਰਖੋ ਅਸੀਂ ਤਾਂ ਅੰਦਾਜ਼ੇ ਗਲਤ ਲਾ ਰਹੇ ਸਾਂ, ਇਹੀ ਤਾਂ ਸਭ ਤੋਂ ਵੱਡਾ ਪਾਪ ਹੈ। ਜੋ ਤੁਸੀਂ ਵੇਖਿਆ ਹੈ ਹੋ ਸਕਦਾ ਉਹ ਨਾ ਹੋਵੇ, ਤੇ ਜੋ ਨਾ ਹੋਵੇ ਤੇ ਉਹ ਤੁਸੀਂ ਵੇਖ ਹੀ ਨਾ ਸਕਦੇ ਹੋਵੋ, ਕਿਉਂਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿੱਦਾਂ ਦੀ ਤੁਹਾਡੀ ਦ੍ਰਿਸ਼ਟੀ ਹੈ ਦੁਨੀਆ ਤੁਹਾਨੂੰ ਉੱਦਾਂ ਦੀ ਨਜ਼ਰ ਆਏਗੀ। ਤੇ ਹਸਵਲ ਆਮਾ ਜਿਹੜਾ ਸੰਨਿਆਸੀ ਸੀ ਇੱਕਦਮ ਮੁੜ ਚੱਲਿਆ, ਉਹਦੇ ਮਨ ਵਿੱਚ ਘਿਰਨਾ ਆਈ, ਕਹਿੰਦੇ ਇਹ ਗੁਰੂ ਹੈ, ਦਮਾਲਾ ਸਜਿਆ, ਕਲਗੀ ਲੱਗੀ ਹੈ, ਸਿੰਘ ਖਲੋਤੇ ਨੇ ਆਲੇ ਦੁਆਲੇ, ਇਹਦਾ ਤੇ ਪਰਿਵਾਰ ਵੀ ਹੈ, ਬੱਚੇ ਵੀ ਨੇ, ਇਹ ਗੁਰੂ ਨਹੀਂ ਹੋ ਸਕਦਾ। ਜਦੋਂ ਮੁੜਨ ਲੱਗਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ, ਉਹ ਸੰਨਿਆਸੀ ਆਇਆ ਸੀ ਮਿਲਣ ਤੇ ਬਿਨਾਂ ਮਿਲੇ ਵਾਪਸ ਤੁਰ ਚੱਲਿਆ, ਕੀ ਹੋਇਆ? ਕਹਿੰਦਾ ਨਹੀਂ ਜੀ ਮੇਰਾ ਮਨ ਨਹੀਂ ਮੰਨਿਆ। ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ। ਤੈਨੂੰ ਗੁਰੂ ਦੇ ਚਰਨਾਂ ਦੇ ਨਾਲ ਲੱਗਿਆ ਜੁੜਿਆ ਤਾਂ ਜਾਣੀਏ, ਜੇ ਗੁਰੂ ਕੋਲ ਆ ਕੇ ਤੇਰੇ ਅੰਦਰੋਂ ਹੰਕਾਰ, ਮੋਹ ਦਾ ਤਾਪ, ਹੰਕਾਰ ਦਾ ਤਾਪ ਤੇਰਾ ਮਿਟ ਜੇ, ਸਮਝੋ ਤੇਰਾ ਗੁਰੂ ਕੋਲ ਆਉਣਾ ਪ੍ਰਵਾਨ ਹੋ ਗਿਆ, ਨਹੀਂ ਤੇ ਕੋਈ ਪ੍ਰਵਾਨ ਨਹੀਂ। ਸਤਿਗੁਰੂ ਕਹਿੰਦੇ ਮੁੜ ਚੱਲਿਆ। ਪਾਤਸ਼ਾਹ ਜੀ ਕਹਿੰਦੇ ਜੇ ਕੋਈ ਸ਼ੰਕਾ ਹੈ ਤੇ ਦੱਸ, ਕਿਉਂਕਿ ਭਰਮ ਕੇ ਪਰਦੇ ਸਤਿਗੁਰ ਖੋਲੇ, ਭਰਮ ਦੇ ਪਰਦੇ ਗੁਰੂ ਖੋਲ੍ਹਦਾ ਹੈ। ਜਿਹੜੇ
ਵਹਿਮ ਭਰਮ ਪਾਉਣ ਵਾਲੇ ਲੋਕ ਨੇ ਨਾ, ਉਹ ਭਰਮ ਦੇ ਪਰਦੇ ਡੇਗ ਦਿੰਦੇ ਨੇ ਤੇ ਗੁਰੂ ਭਰਮ ਦੇ ਪਰਦੇ ਚੱਕਦਾ ਹੈ। ਤੇ ਜਿਹੜਾ ਭਰਮ ਦੇ ਪਰਦੇ ਚੱਕੇ ਉਹ ਕਈ ਦਫਾ ਸਾਨੂੰ ਚੰਗਾ ਨਹੀਂ ਲੱਗਦਾ, ਤੇ ਜਿਹੜਾ ਸਾਨੂੰ ਭਰਮ ਦੇ ਵਿੱਚ ਪਾਵੇ ਸਾਨੂੰ ਉਹੀ ਚੰਗਾ ਲੱਗਦਾ ਹੈ। ਅਖੰਡ ਪਾਠ ਸਭ ਕਰਾ ਕੇ ਵੀ, ਸੁਖਮਨੀ ਸਭ ਦਾ ਪਾਠ ਕਰਕੇ ਕਰਾ ਕੇ ਵੀ, ਜਿੰਨਾ ਚਿਰ ਅਸੀਂ ਕਿਸੇ ਪਾਂਡੇ ਤੇ ਜੋਤਸੀ ਤੋਂ ਪੁੱਛ ਨਾ ਲਈਏ ਬਾਬਾ ਜੀ ਵਿਆਹ ਦਾ ਦਿਨ ਕਢਾਉਣਾ। ਇੱਕ ਮੈਨੂੰ ਉੱਥੇ ਅਮਰੀਕਾ ਵਿੱਚ ਕਹਿੰਦਾ ਬਾਬਾ ਜੀ ਦੋਵੇਂ ਆ ਗਏ, ਕਹਿੰਦੇ ਵਿਆਹ ਦਾ ਦਿਨ ਕਢਾਉਣਾ। ਮੈਂ ਕਿਹਾ ਵਿਆਹ ਫਸਿਆ ਕਿੱਥੇ ਆ ਜਿਹੜਾ ਕਢਾਉਣਾ ਹੈ? ਵੀ ਕਿਸੇ ਝਾਫਿਆਂ 'ਚ ਫਸਿਆ ਕਿ ਗਾਰੇ 'ਚ? ਵਿਆਹ ਕਢਾਉਣਾ ਹੈ। ਉਹ ਵਿਆਹ ਕੀ ਕਢਾਉਣਾ? ਕੋਈ ਦਿਨ ਦੇਖ ਲਓ ਵੀ ਛੁੱਟੀ ਕਿਹੜੇ ਦਿਨ ਹੈ, ਕੋਈ ਸਮਾਂ ਦੇਖ ਲਓ ਵੀ ਠੰਡ ਹੈ ਜਾਂ ਗਰਮੀ ਸਰਦੀ, ਰਿਸ਼ਤੇਦਾਰ ਕਦੋਂ ਆਉਣਗੇ, ਤੇ ਗੁਰੂ ਅੱਗੇ ਅਰਦਾਸ ਕਰੋ ਤੇ ਕਾਰਜ ਆਪਣਾ ਸ਼ੁਰੂ ਕਰ ਦਿਓ। ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਪਰ ਇਹ ਗੱਲ ਨਹੀਂ ਨਾ ਸਾਨੂੰ ਚੰਗੀ ਲੱਗਦੀ, ਜਿੰਨਾ ਚਿਰ ਸਾਡੇ ਤੋਂ ਕੋਈ 1000 11 1200 ਜਾਂ 11,000 ਤੱਕ ਸਾਨੂੰ ਕੋਈ ਲੁੱਟ ਨਾ ਲਵੇ, ਉਹਨਾਂ ਚਿਰ ਤਸੱਲੀ ਸਾਡੀ ਵੀ ਨਹੀਂ ਹੁੰਦੀ। ਰੇਹੜੀ ਤੇ ਨਾ ਕੇਲਿਆਂ ਵਾਲੇ ਨਾਲ ਲੜੀ ਜਾਣਗੇ, ਇਹ ਕਿੰਨੇ ਦੇ ਲਾਏ? ਉਹ ਕਹਿੰਦਾ 50 ਦੇ, ਕਹਿੰਦੇ 45 ਦੇ ਨਹੀਂ ਲਾਉਣੇ। ਉੱਥੇ 5 ਪਿੱਛੇ ਲੜਦੇ ਪਏ ਨੇ, ਸੇਬਾਂ ਪਿੱਛੇ, ਤੇ ਉੱਥੇ ਬੂਬਣੇ ਸਾਧ ਪੰਡਤ ਨੂੰ 11,000 ਨਾਲ ਦੀ ਨਾਲ ਦੇ ਆਉਣਗੇ। ਤੇ ਉਹ ਵੀ ਨਾ ਅੱਗੋਂ ਮੂੰਹ ਜਾ ਬਣਾ ਕੇ, ਹਾਂ ਭਾਈ ਕਿੱਦਾਂ, ਠੀਕ ਹੋ, ਫਸਲਬਾੜੀ ਕਿਵੇਂ ਚੱਲਦੀ ਹੈ? ਹਾਂ ਬਾਬਾ ਜੀ ਵਧੀਆ ਚੱਲਦੀ। ਆ ਪੋਲੜ ਜਾ ਕਿਹੜੀ ਜਮਾਤ 'ਚ ਪੜ੍ਹਦਾ? ਇਹ ਜੀ ਫਲਾਨੀ ਜਮਾਤ 'ਚ। ਉਰੇ ਹੋ ਇਹਨੂੰ ਫਲ ਦਈਏ। ਚੱਕ ਕੇ ਸੇਬ 2 ਦੇ ਦਿੰਦਾ, ਤੇ ਬੀਬੀ ਕੱਢ ਕੇ 500 1100 ਟੇਕ ਦਿੰਦੀ ਹੈ। ਗੇਟੋਂ ਨਿਕਲਦੇ ਕਹਿਣਗੇ ਬਾਬਾ ਜੀ ਬੜੇ ਚੰਗੇ ਨੇ। ਉਹ ਬਾਬਾ ਨਹੀਂ ਚੰਗਾ, ਸਿਰੇ ਦਾ ਠੱਗ ਹੈ। 2 ਗੱਪ ਮਾਰ ਕੇ ਅਗਲੇ ਨੇ 500 ਡੁੱਕ ਲਿਆ 5 ਮਿੰਟਾਂ ਵਿੱਚ। ਤੇ ਉੱਥੇ 5 ਪਿੱਛੇ ਸੇਬ ਵਾਲੇ ਰੇਹੜੀ ਨਾਲ ਤੁਸੀਂ ਲੜੀ ਜਾਂਦੇ ਹੋ, ਰੇਹੜੀ ਵਾਲੇ ਦੇ ਨਾਲ। ਤੇ ਮੇਰੇ ਸਤਿਗੁਰੂ ਸਮਝਾਉਂਦੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮੁੜ ਚੱਲਿਆ, ਕਹਿੰਦਾ ਜੀ ਸ਼ੰਕਾ। ਸਤਿਗੁਰੂ ਕਹਿੰਦੇ ਸ਼ੰਕਾ ਹੀ ਤੇ ਅਨੰਦਪੁਰ ਸਾਹਿਬ ਕੱਢਦਾ ਹੈ। ਪਾਤਸ਼ਾਹ ਕਹਿਣ ਲੱਗੇ ਆ ਜਾ ਅੰਦਰ। ਅੰਦਰ ਆਉਣ ਲੱਗਾ, ਸਤਿਗੁਰੂ ਕਹਿੰਦੇ ਕੋਲੇ ਤਾਂ ਨਹੀਂ ਕੁਝ? ਕਹਿੰਦਾ ਨਹੀਂ ਜੀ ਕੋਲੇ ਕੁਝ ਨਹੀਂ। ਫਿਰ ਆਉਣ ਲੱਗਾ, ਸਤਿਗੁਰੂ ਕਹਿੰਦੇ ਵੇਖ ਲਾ ਕੋਲੇ ਤਾਂ ਨਹੀਂ ਕੁਝ? ਕਹਿੰਦਾ ਨਹੀਂ ਜੀ ਕੋਲੇ ਕੁਝ ਨਹੀਂ। ਜੋ ਉਹਦੇ ਬੋਝੇ ਵਿੱਚ ਸੀ, ਜੋ ਵੀ ਹੱਥ ਵਿੱਚ ਚਿੱਪੀ ਲੋਟਾ ਸੀ ਨਾ, ਉਹਨੇ ਬਾਹਰ ਰੱਖਤਾ। ਸਤਿਗੁਰੂ ਜੀ ਫਿਰ ਤੀਜੀ ਵਾਰੀ ਕਹਿੰਦੇ ਕਿਸੇ ਨੂੰ ਤੁਸੀਂ ਇੱਕ ਵਾਰੀ ਟਾਈਮ ਪੁੱਛ ਲਓ, ਜਦੋਂ ਤੁਸੀਂ ਦੂਜੀ ਵਾਰੀ ਟਾਈਮ ਪੁੱਛੋਗੇ ਨਾ ਉਹ ਭਲਾ ਕੀ ਕਹੂਗਾ? ਤੈਨੂੰ ਦੱਸ ਤਾਂ ਦਿੱਤਾ, ਹੁਣ ਤੈਨੂੰ 50 ਵਾਰੀ ਦੱਸਾਂ? ਇੱਦਾਂ ਹੀ ਕਹੇਗਾ ਨਾ, ਭਾਵੇਂ ਮੈਂ ਹੀ ਹੋਵਾਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੋ ਉਹਦੇ ਅੰਦਰ ਸੀ ਉਹ ਬਾਹਰ ਕੱਢਣਾ ਸੀ। ਪਹਿਲੀ ਵਾਰੀ ਕਹਿੰਦੇ, ਦੂਜੀ ਵਾਰੀ ਕਹਿੰਦੇ, ਤੀਜੀ ਵਾਰੀ ਕਹਿੰਦੇ ਵੀ ਤੇਰੇ ਕੋਲੇ ਤਾਂ ਨਹੀਂ ਕੁਝ? ਅੱਕ ਕੇ ਸੰਨਿਆਸੀ ਕਹਿੰਦਾ ਜੀ ਮੇਰੇ ਕੋਲੇ ਕੁਝ ਨਹੀਂ, ਹੁਣ ਤਾਂ ਮੈਂ ਹੀ ਹਾਂ। ਪਾਤਸ਼ਾਹ ਕਹਿੰਦੇ ਬਸ ਇਹੀ ਤਾਂ ਗੱਲ ਹੈ, ਇਹੀ ਤਾਂ ਬਾਹਰ ਕੱਢਣੀ ਸੀ, ਇਹੀ ਤਾਂ ਬਾਹਰ ਰੱਖ ਕੇ ਆਉਣੀ ਸੀ। ਬੰਦਾ ਜੋੜਾ ਘਰ ਵਿੱਚ ਜੋੜੇ ਵੀ ਜਮ੍ਹਾਂ ਕਰਾ ਦਿੰਦਾ ਹੈ, ਜੋ ਇਹਦੇ ਕੋਲ ਨਸ਼ਾ ਪਤਾ ਹੈ ਵੀ ਬਾਹਰ ਰੱਖ ਆਉਂਦਾ ਹੈ। ਪਰ ਕਹਿੰਦੇ ਜਿਹੜੀ ਹਉਮ ਹੈ ਨਾ, ਜਿਹੜਾ ਹੰਕਾਰ, ਜਿਹੜਾ ਗੁਰੂ ਨੂੰ ਬਿਲਕੁਲ ਨਹੀਂ ਚੰਗਾ ਲੱਗਦਾ, ਇਹ ਗੁਰੂ ਕੋਲ ਲੈ ਕੇ ਆ ਜਾਂਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹੀ ਤਾਂ ਹੈ ਜਿਹੜੀ ਅੰਦਰ ਤੈਨੂੰ ਤੰਗ ਕਰਦੀ ਹੈ, ਜਿਹੜੀ ਤੈਨੂੰ ਟਿਕਣ ਨਹੀਂ ਦਿੰਦੀ। ਤੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਖਲੋ ਗਿਆ ਕਿ ਸੱਚੇ ਪਾਤਸ਼ਾਹ ਸੰਨਿਆਸੀ ਮੈਂ ਨਹੀਂ, ਸੰਨਿਆਸੀ ਤੁਸੀਂ ਹੋ। ਮੈਂ ਜੰਗਲਾਂ ਦੀ ਖਾਕ ਛਾਣ ਕੇ ਵੀ ਸੰਨਿਆਸੀ ਨਹੀਂ ਬਣਿਆ, ਮੈਂ ਘਰ-ਬਾਰ ਪਰਿਵਾਰ ਛੱਡ ਦਿੱਤਾ, ਮੈਂ ਤਾਂ ਵੀ ਸੰਨਿਆਸੀ ਨਹੀਂ ਬਣ ਸਕਿਆ। ਪਰ ਤੁਹਾਡੇ ਤਾਂ 4 ਸਾਹਿਬਜ਼ਾਦੇ ਬੱਚੇ ਵੀ ਨੇ, ਤੁਹਾਡੀ ਪਤਨੀ ਵੀ ਹੈ, ਤੁਹਾਡਾ ਪਰਿਵਾਰ ਵੀ ਹੈ, ਘਰ-ਬਾਰ ਵੀ ਹੈ, ਸਭ ਕੁਝ ਤੁਹਾਡੇ ਕੋਲ ਹੈ। ਤੁਸੀਂ ਸਭ ਕੁਝ ਤੁਹਾਡੇ ਕੋਲ ਹੁੰਦਿਆਂ ਵੀ ਤੁਸੀਂ ਸੰਨਿਆਸੀ ਹੋ। ਮੈਂ ਸਭ ਕੁਝ ਛੱਡ ਕੇ ਵੀ ਸੰਨਿਆਸੀ ਨਹੀਂ ਬਣਿਆ, ਸਾਰੀ ਜ਼ਿੰਦਗੀ ਜੰਗਲਾਂ ਦੀ ਖਾਕ ਹੀ ਛਾਣਦਾ ਰਿਹਾ। ਤੇ ਇੱਥੇ ਉਹ ਬਚਨ ਮੈਨੂੰ ਚੇਤੇ ਆਏ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ਬਦ ਤੁਸੀਂ ਪੜ੍ਹਦੇ ਹੋ, ਸ਼ਬਦ ਹਜ਼ਾਰੇ ਖਿਆਲ ਪਾਤਸ਼ਾਹੀ ਦਸਵੀਂ। ਤੇ ਸਤਿਗੁਰਾਂ ਨੇ ਫਿਰ ਉੱਥੇ ਸ਼ਬਦ ਉਚਾਰਿਆ। ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ, ਨਿਮ ਕੇ ਨਖਨ ਬਢਾਓ,
ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਵਿਭੂਤ ਲਗਾਓ। ਨਾਮ ਵਿਭੂਤ ਕਹਿੰਦੇ ਜੇ ਵਿਭੂਤ ਦੇ ਅਰਥ ਕੀ ਨੇ? ਸਵਾ। ਪਹਿਲੇ ਜਾਮੇ ਵਿੱਚ ਕੀ ਕਹਿੰਦੇ? ਮੁੰਦਾ ਸੰਤੋਖ, ਸ਼ਰਮਪਤ ਝੋਲੀ, ਧਿਆਨ ਕੀ ਕਰੇ? ਵਿਭੂਤ। ਪਹਿਲੇ ਜਾਮੇ ਵਿੱਚ ਵੀ ਕਹਿੰਦੇ ਨੇ ਵਿਭੂਤੀ ਜੇ ਲਾਉਣੀ ਹੈ ਚੁੱਲ੍ਹਿਆਂ ਦੀ, ਸਵਾ ਜਾਂ ਵਿਭੂਤੀ ਨਹੀਂ ਪਿੰਡੇ ਤੇ ਮਲਣੀ, ਗੁਰੂ ਦੇ ਨਾਲ ਧਿਆਨ ਜੋੜਨਾ ਹੀ ਅਸਲ ਵਿਭੂਤੀ ਹੈ। ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਵਿਭੂਤ ਲਗਾਓ। ਸਤਿਗੁਰੂ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ। ਓਏ ਸੰਨਿਆਸੀਆਂ, ਜੇ ਸੰਨਿਆਸੀ ਬਣਨਾ ਤਾਂ ਮਨ ਕਰਕੇ ਬਣ, ਤਨ ਕਰਕੇ ਨਾ ਬਣ। ਜੇ ਸੰਤ ਬਣਨਾ, ਜੇ ਮਹਾਂਪੁਰਸ਼ ਬਣਨਾ, ਕਈਆਂ ਦੇ ਕੱਪੜੇ ਹੀ ਸੰਤ ਹੁੰਦੇ ਨੇ, ਖਿਮਾ ਕਰਿਓ ਮੈਨੂੰ ਹੁਣ, ਕਈਆਂ ਦੀ ਗੱਡੀ ਸੰਤ ਹੁੰਦੀ। ਜਿੰਨੀ ਵੱਡੀ ਗੱਡੀ ਤੇ ਓਨਾ ਵੱਡਾ ਸੰਤ। ਹਕੀਕਤ ਹੈ ਕੋਈ ਪ੍ਰਚਾਰਕ, ਕਥਾਵਾਚਕ ਨਿਰੋਲ ਗੁਰਬਾਣੀ ਦੀ ਵਿਚਾਰ ਕਰਨ, ਸਾਈਕਲ ਤੇ ਚਲਿਆ ਜਾਵੇ ਨਾ ਜਾਂ ਛੋਟੀ ਗੱਡੀ ਤੇ, ਪਿੰਡ ਵਾਲੇ ਉਹਨੂੰ ਪ੍ਰਚਾਰਕ ਹੀ ਨਹੀਂ ਮੰਨਦੇ। ਪਰ ਜੇ ਕੋਈ 15 ਲੱਖ ਦੀ ਗੱਡੀ ਤੇ ਪਿੰਡ 'ਚ ਚੱਲ ਜੇ ਨਾ ਕਥਾ ਕਰਨ, ਭਾਵੇਂ ਤੁਹਾਨੂੰ ਗੁਰਬਾਣੀ ਦੀ ਇੱਕ ਤੁਕ ਵੀ ਨਾ ਸੁਣਾਵੇ, ਕਹਿਣਗੇ ਆਹ ਨੇ ਮਹਾਂਪੁਰਸ਼। ਇਹਦਾ ਮਤਲਬ ਮਹਾਂਪੁਰਸ਼ ਉਹਦੇ ਕੱਪੜੇ ਹੀ ਨੇ, ਮਨ ਕਰਕੇ ਕੋਈ ਮਹਾਂਪੁਰਸ਼ ਨਹੀਂ। ਪਰ ਜੇ ਸੰਤ ਅਤਰ ਸਿੰਘ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੀਏ ਤਾਂ ਹਰ ਇੱਕ ਪੱਖੋਂ ਪੂਰਾ ਹੈ, ਕੋਈ ਸ਼ੱਕ ਨਹੀਂ ਹੈ। ਬੇਨਤੀ ਕਰਾਂ, ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਸੰਨਿਆਸੀ ਕਿ ਪਾਤਸ਼ਾਹ ਜੀ, ਮੈਂ ਤਾਂ ਐਵੇਂ ਜੰਗਲਾਂ ਦੀ ਖਾਕ ਛਾਣਦਾ ਰਿਹਾ, ਤੁਸੀਂ ਮਹਾਨ ਜੇ। ਤੇ ਇੱਥੇ ਗੱਲ ਭਗਤ ਕਬੀਰ ਸਾਹਿਬ ਜੀ ਇਹੀ ਕਰਦੇ ਨੇ, ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ, ਚੁੰਨ ਖਾਈਐ ਕੰਦਾ। ਤੇ ਉਹਨਾਂ ਨੇ ਆਪਣੇ ਸ਼ਲੋਕਾਂ ਵਿੱਚ ਜ਼ਿਕਰ ਕੀਤਾ, ਕਬੀਰ ਗ੍ਰਹਿ ਕਰੈ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ। ਇੱਥੇ ਵੀ ਗੱਲ ਉਹਨਾਂ ਨੇ ਗ੍ਰਸਤ ਦੀ ਕੀਤੀ ਹੈ। ਭਗਤ ਜੀ ਕਹਿੰਦੇ ਜੇ ਤੂੰ ਗ੍ਰਸਤੀ ਬਣਨਾ, ਜੇ ਤੂੰ ਘਰ ਬਾਰੀ ਬਣਨਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ, ਧਰਮ ਦੇ ਅਰਥ ਨੇ ਫਰਜ਼। ਗ੍ਰਸਤੀ ਬਣ ਕੇ ਆਪਣੇ ਫਰਜ਼ਾਂ ਤੋਂ ਨਾ ਭੱਜੀ, ਆਪਣੇ ਫਰਜ਼ ਜ਼ਰੂਰ ਤੂੰ ਨਿਭਾਈ। ਪਰ ਜੇ ਤੂੰ ਗ੍ਰਸਤੀ ਬਣ ਗਿਆ ਤੇ ਬਣ ਕੇ ਫਰਜ਼ਾਂ ਤੋਂ ਭੱਜਦਾ, ਕਹਿੰਦੇ ਨਾ ਹੀ ਤਾਂ ਕਰ ਬੈਰਾਗ, ਫਿਰ ਇਦੋਂ ਚੰਗਾ ਤੂੰ ਤਿਆਗੀ ਬਣ ਜਾ। ਫਿਰ ਜੇ ਵਿਆਹ ਕਰਕੇ ਤੂੰ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ, ਭਗਤ ਜੀ ਕਹਿੰਦੇ ਫਿਰ ਜ਼ਰੂਰ ਫਾਹਾ ਲੈਣਾ, ਫਿਰ ਤਿਆਗੀ ਬਣ ਜਾ। ਬਾਣੀ ਕਹਿ ਰਹੀ ਹੈ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ। ਇੱਥੇ ਬੈਰਾਗੀ ਦੇ ਅਰਥ ਨੇ ਤਿਆਗੀ। ਭਾਵ ਜੇ ਤੂੰ ਤਿਆਗੀ ਵੀ ਬਣ ਗਿਆ, ਚਲੋ ਜੀ ਮੈਂ ਹੁਣ ਤਿਆਗੀ ਬਣ ਗਿਆ, ਘਰ-ਬਾਰ ਛੱਡਤਾ, ਪਰਿਵਾਰ ਛੱਡਤਾ, ਘਰ-ਬਾਰ ਪਰਿਵਾਰ ਛੱਡ ਕੇ ਡੇਰਾ ਬਣਾ ਲਿਆ, ਡੇਰੇ ਵਿੱਚ 5-7 ਵਾਧੂ ਘਾਟੂ ਜੇ ਮੇਰੇ ਵਰਗੇ ਚੇਲੇ ਬਣਾ ਲਏ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਫਾਇਦਾ ਨਹੀਂ। ਕਹਿੰਦੇ ਬੈਰਾਗੀ ਬੰਧਨ ਕਰੇ, ਜੇ ਤਿਆਗੀ ਬਣ ਕੇ ਬੰਧਨਾਂ ਵਿੱਚ ਪੈ ਗਿਆ ਤਾਂ ਕੋ ਵੱਡੋ ਅਭਾਗ। ਸਭ ਤੋਂ ਮਾੜੇ ਕਰਮ ਉਸ ਬੰਦੇ ਦੇ ਨੇ। ਕਹਿੰਦੇ ਗ੍ਰਸਤੀ ਬਣ ਗਿਆ, ਗ੍ਰਸਤੀ ਬਣ ਕੇ ਗ੍ਰਸਤੀਆਂ ਵਾਲਾ ਫਰਜ਼ ਨਹੀਂ ਨਿਭਾਇਆ। ਪਰ ਕਹਿੰਦੇ ਉਸ ਤੋਂ ਬਾਅਦ ਕਹਿੰਦਾ ਮੈਂ ਤਿਆਗੀ ਬਣ ਗਿਆ, ਤਿਆਗੀ ਬਣ ਕੇ ਵੀ ਬੰਧਨਾਂ ਵਿੱਚ ਪਿਆ ਰਿਹਾ। ਹਾਏ ਮੇਰਾ ਡੇਰਾ, ਹਾਏ ਮੇਰੀ ਗੱਡੀ, ਹਾਏ ਮੇਰੇ ਚੇਲੇ ਕਿੱਧਰ ਜਾਣਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਨਾਲੋਂ ਮਾੜੇ ਕਰਮ ਹੋਰ ਕਿਸੇ ਦੇ ਨਹੀਂ। ਤੇ ਇਹੀ ਗੱਲ ਕਰਦੇ ਨੇ, ਅਜੋਂ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਕਹਿੰਦੇ ਘਰ-ਬਾਰ ਛੱਡ ਕੇ, ਪਰਿਵਾਰ ਛੱਡ ਕੇ, ਸੰਸਾਰ ਛੱਡਣ ਦੇ ਨਾਲ ਕਦੀ ਵੀ ਬੰਦੇ ਦੇ ਅੰਦਰੋਂ ਪਾਪ ਨਹੀਂ ਖਤਮ ਹੁੰਦੇ। ਕਹਿੰਦੇ ਅਜੋਂ ਬਿਕਾਰ ਨਾ ਛੋੜੀ, ਅਜੇ ਤੱਕ ਵੀ ਬਿਕਾਰ ਨਹੀਂ ਛੱਡਦਾ। ਪਾਪੀ ਮਨ ਮੰਦਾ, ਕਹਿੰਦੇ ਇੰਨੇ ਕੁ ਮਨ ਦੇ ਵਿੱਚ ਪਾਪ ਨੇ। ਪਾਪ ਤੋਂ ਭਾਵ ਇਹ ਨਹੀਂ ਵੀ ਪੈਰਾਂ ਥੱਲੇ ਕੀੜੀ ਆ ਗਈ ਤੇ ਪਾਪ ਹੋ ਗਿਆ। ਹੁਣ ਜੇ ਕੀੜੀਆਂ ਹੀ ਬਚਾਉਣ ਤੇ ਲੱਗੇ ਰਹੇ ਤੇ ਫਿਰ ਤੁਰਾਂਗੇ ਕਿੱਦਾਂ। ਦਰਅਸਲ ਪਾਪ ਉਹ ਹੈ, ਪਾਪ ਇੱਕ ਸੋਚ ਨੂੰ ਕਹਿੰਦੇ ਨੇ। ਜੇ ਤੁਹਾਡੀ ਸੋਚ ਕਿਸੇ ਪ੍ਰਤੀ ਮਾੜੀ ਹੈ ਤੇ ਉਹ ਬੰਦਾ ਸਭ ਤੋਂ ਵੱਡਾ ਪਾਪੀ ਹੈ। ਤਾਂ ਭਗਤ ਜੀ ਕਹਿੰਦੇ ਅਜੋਂ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਅਜੇ ਵੀ ਬਿਕਾਰ ਨਹੀਂ ਛੱਡਦਾ, ਮਾੜੀ ਬਿਰਤੀ ਨਹੀਂ ਛੱਡਦਾ, ਮਾੜੇ ਖਿਆਲ ਨਹੀਂ ਛੱਡਦਾ, ਮਰਨ ਕਿਨਾਰੇ ਹੈ, ਅਜੇ ਵੀ ਲਾਲਚ ਨਹੀਂ ਛੱਡਦਾ।
क्यों छूटों कैसे तरों भव जल निध पारी। राख राख मेरे बीठला जन शरण तुमारी। ਇਹ ਪੰਕਤੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅਗਲੇ ਬਚਨ ਨੇ ਰਹਾਉ ਬਿਖੈ ਬਿਖੈ ਕੀ ਬਾਸ਼ਨਾ ਤਜੀ ਨੈ ਜਾਈ। ਕਹਿੰਦੇ ਬਿਖੈ ਬਿਖੈ ਕੀ ਭਾਵ ਇੰਨੇ ਕੁ ਵਿਸ਼ੇ ਵਿਕਾਰ, ਤਰ੍ਹਾਂ ਤਰ੍ਹਾਂ ਦੀ ਵਾਸ਼ਨਾ। ਵਾਸ਼ਨਾ ਕੋਈ ਇੱਕ ਪ੍ਰਕਾਰ ਦੀ ਥੋੜ੍ਹੀ ਹੈ। ਕਿਸੇ ਨੂੰ ਲੁੱਟਣ ਦੀ ਵਾਸ਼ਨਾ, ਕਿਸੇ ਤੋਂ ਖੋਹਣ ਦੀ ਵਾਸ਼ਨਾ, ਕਿਸੇ ਨੂੰ ਮਾਰਨ ਦੀ ਵਾਸ਼ਨਾ, ਕਿਸੇ ਦੇ ਤਨ ਦੇ ਉੱਪਰ ਮਾੜੀ ਬਿਰਤੀ ਰੱਖਣੀ ਇਹ ਵਾਸ਼ਨਾ, ਕਿਸੇ ਦਾ ਧਨ ਲੁੱਟਣ ਦੀ ਵਾਸ਼ਨਾ। ਕਹਿੰਦੇ ਇੰਨੀਆਂ ਕੁ ਵਾਸ਼ਨਾ ਨੇ, ਬੰਦਾ ਇੱਕ ਹੈ, ਵਾਸ਼ਨਾ ਬਹੁਤੀਆਂ ਨੇ। ਬਿਖੈ ਬਿਖੈ ਕੀ ਵਾਸ਼ਨਾ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਨੇ। ਤਜੀ ਨੈ ਜਾਈ, ਕਹਿੰਦੇ ਛੱਡਦਾ ਹੀ ਨਹੀਂ ਮੈਂ। ਅਨਕ ਯਤਨ ਕਰ ਰਾਖੀਐ ਫਿਰ ਲਪਟਾਈ। ਭਗਤ ਜੀ ਕਹਿੰਦੇ ਮੈਂ ਬਹੁਤ ਯਤਨ ਕਰਦਾ ਮੇਰੇ ਵਾਹਿਗੁਰੂ ਜੀ ਕਿ ਇਹ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਨੇ, ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਤੋਂ ਮੇਰਾ ਖਹਿੜਾ ਛੁੱਟ ਜੇ, ਪਰ ਛੁੱਟਦਾ ਨਹੀਂ ਹੈ। ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾ ਨੀਕਾ। ਜਰਾ ਜੀਵਨ ਜੋ ਬਨ ਗਿਆ, ਬਚਪਨ ਵੀ ਚਲਿਆ ਗਿਆ, ਜਵਾਨੀ ਵੀ ਚਲੀ ਗਈ, ਬੁਢੇਪਾ ਵੀ ਆ ਗਿਆ, ਮਰਨ ਕਿਨਾਰੇ ਹੈ, ਪਰ ਕਹਿੰਦੇ ਵਾਸ਼ਨਾ ਅਜੇ ਵੀ ਨਹੀਂ ਛੱਡਦਾ। ਨੀਕਾ, ਨੀਕਾ ਤੋਂ ਭਾਵ ਹੈ ਚੰਗਾ, ਸ਼ੁਭ ਕਰਮ ਅਜੇ ਵੀ ਕੋਈ ਨਹੀਂ ਕੀਤਾ। ਪਤਾ ਹੈ ਇਹਨੂੰ ਵੀ ਨਾਲ ਦੇ ਦੀ ਅਰਥੀ ਉੱਠ ਗਈ ਤੇ ਉੱਠ ਮੇਰੀ ਵੀ ਜਾਣੀ ਹੈ, ਪਰ ਕਹਿੰਦੇ ਅਜੇ ਵੀ ਹੰਕਾਰ ਨਹੀਂ ਛੱਡਦਾ। ਅਜੇ ਵੀ ਬੜੇ ਲੋਕ ਨੇ ਜਿਹੜੇ ਮਰਨ ਕਿਨਾਰੇ ਨੇ, ਅਜੇ ਵੀ ਰਾਜ ਭਾਗ ਕੁਰਸੀ ਛੱਡਣ ਨੂੰ ਤਿਆਰ ਨਹੀਂ। ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ। ਕਹਿੰਦੇ ਬਚਪਨ ਚਲਿਆ ਗਿਆ, ਜਵਾਨੀ ਚਲੀ ਗਈ, ਬੁਢੇਪਾ ਚਲਿਆ ਗਿਆ। ਭਗਤ ਜੀ ਕਹਿੰਦੇ ਉਹ ਚੰਗਾ ਕੰਮ ਤੇ ਕੋਈ ਕਰ ਲੈਂਦਾ। ਨੀਕਾ ਦੇ ਅਰਥ ਨੇ ਚੰਗਾ। ਕਿਛ ਕੀਆ ਨਾ ਨੀਕਾ ਇਹ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹਿੰਦੇ ਇਹ ਜਿਹੜਾ ਜੀਵਨ ਹੈ ਨਾ, ਇਹ ਬਹੁਤ ਹੀ ਨਿਰਮੋਲਕ ਹੈ। ਇਹ ਹੀਰਿਆਂ ਵਰਗਾ ਮਨੁੱਖਾ ਜਨਮ ਹੈ ਜਿਹੜਾ ਵਾਹਿਗੁਰੂ ਨੇ, ਜਿਹੜਾ ਪਰਮਾਤਮਾ ਨੇ ਤੈਨੂੰ ਬਖਸ਼ਿਆ ਹੈ, ਪਰ ਬੰਦਿਆ ਤੂੰ ਇਹਨੂੰ ਕੌਡੀਆਂ ਦੇ ਬਦਲੇ ਹੀ ਖਤਮ ਕਰਦਾ ਹੈ। ਇਹਦੀ ਕੀਮਤ ਤੂੰ ਕੌਡੀਆਂ ਦੇ ਬਦਲੇ ਕੌਡੀਆਂ ਦੇ ਬਰਾਬਰ ਹੀ ਪਾ ਦਿੱਤੀ। ਭਾਵ ਹੀਰਿਆਂ ਵਰਗਾ ਮਨੁੱਖਾ ਜਨਮ, ਪਰ ਤੂੰ ਇਹ ਅਜਾਈਂ ਗਵਾ ਦਿੱਤਾ ਹੈ। ਬੜੀਆਂ ਉਦਾਹਰਨਾਂ ਨੇ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ। ਹਰ ਸੌ, ਹਰ ਕੀ ਹੈ ਪਰਮਾਤਮਾ, ਸੌ ਮੈਨੇ ਵਰਗਾ। ਉਹ ਪਰਮਾਤਮਾ ਹੀਰੇ ਵਰਗਾ ਹੈ, ਉਹਨੂੰ ਛੱਡ ਦਿੱਤਾ। ਕਰੇ ਆਨ ਕੀ ਆਸ, ਐਵੇਂ ਤੂੰ ਵਹਿਮਾਂ ਭਰਮਾਂ ਦੇ ਵਿੱਚ ਪਖੰਡੀਆਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਆਸ ਲਾ ਲਈ। ਕਹਿੰਦੇ ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਰਵਿਦਾਸ ਮਹਾਰਾਜ ਜੀ ਕਹਿੰਦੇ ਇਹ ਗੱਲ ਮੈਂ ਸਚਾਈ, ਕਿਉਂਕਿ ਸ਼ਬਦ ਸ਼ਲੋਕ ਕਬੀਰ ਸਾਹਿਬ ਜੀ ਦਾ ਹੈ, ਪਰ ਕਬੀਰ ਸਾਹਿਬ ਜੀ ਨੇ ਇੱਥੇ ਮਾਨ ਸਤਕਾਰ ਜ਼ਿਕਰ ਉਹਨਾਂ ਨੇ ਰਵਿਦਾਸ ਦਾ ਕੀਤਾ ਹੈ। ਤੋ ਇੱਥੇ ਬਚਨ ਆਏ ਨੇ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ। ਇਹ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬਈ ਬਾਣੀ ਪੜ੍ਹ, ਨਾਮ ਜਪ। ਕਹਿੰਦਾ ਭੁੱਖ ਬਹੁਤ ਲੱਗੀ ਹੈ। ਕਹਿੰਦੇ ਕਿਸੇ ਨੇ ਲੰਗਰ ਪ੍ਰਸ਼ਾਦਾ ਪਾਣੀ ਛਕਾਤਾ ਤੇ 2 ਦੀ ਜਗ੍ਹਾ 5 ਖਾ ਗਿਆ। ਉਹ ਕਹਿੰਦੇ ਜੀ ਹੁਣ ਨਾਮ ਜਪੋ। ਕਹਿੰਦੇ ਹੁਣ ਬਾਹਲੀ ਖਾ ਲਈ, ਹੁਣ ਨੀਂਦ ਆਉਂਦੀ ਹੈ। ਕਹਿੰਦੇ ਕਿਸੇ ਪਾਸੇ ਜੋਗਾ ਵੀ ਨਹੀਂ। ਭੁੱਖਾਂ ਵੀ ਰੱਬ ਨੂੰ ਲਾਂਭੇ ਦਿੰਦਾ, ਤੇ ਜਦੋਂ ਬਹੁਤਾ ਜ਼ਿਆਦੇ ਰੱਜ ਗਿਆ ਉਦੋਂ ਵੀ ਲਾਂਭੇ ਦੇ ਰਿਹਾ ਹੈ। ਤੋ ਸਤਿਗੁਰੂ ਜੀ ਕਹਿੰਦੇ ਇਹ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਿਉਂ ਮਨੁੱਖਾ ਜਨਮ ਅਜਾਈਂ ਗਵਾਰੇ ਹੈ। ਤੇ ਅਖੀਰਲੀਆਂ ਪੰਕਤੀਆਂ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਮਾਧਵਾ, ਹੇ ਮਾਇਆ ਦੇ ਪਤੀ ਪਰਮਾਤਮਾ, ਤੂੰ ਸਾਰੀ ਕਾਇਨਾਤ ਦੇ ਵਿੱਚ ਵਿਆਪਕ ਹੈ। ਤੂੰ ਜਰਰੇ ਜਰਰੇ ਦੇ ਵਿੱਚ ਹੈ, ਤੂੰ ਬਹੁਤ ਮਹਾਨ ਹੈ। ਤੇ ਅਖੀਰ ਵਿੱਚ ਕਹਿੰਦੇ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਤੁਮ ਸਮਸਰ ਨਾਹੀ ਦਇਆਲ ਮੋਹਿ ਸੰਸਾਰ ਪਾਪੀ। ਹੇ ਮੇਰੇ ਵਾਹਿਗੁਰੂ ਪਰਮਾਤਮਾ, ਮੇਰੇ ਵਰਗਾ ਤਾਂ ਕੋਈ ਪਾਪੀ ਨਹੀਂ,
ਤੇਰੇ ਬਰਾਬਰ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਭਗਤ ਰਵਿਦਾਸ ਸਾਹਿਬ ਜੀ ਵੀ ਕਹਿੰਦੇ ਨੇ, ਹੇ ਮੇਰੇ ਮਾਲਕ ਵਾਹਿਗੁਰੂ, ਜੇ ਅਸੀਂ ਪਾਪ ਕਰਦੇ ਆ ਨਾ ਤੇ ਤਾਂ ਹੀ ਤੈਨੂੰ ਬਖਸ਼ਣਹਾਰਾ ਕਹਿੰਦੇ ਨੇ। ਜੇ ਅਸੀਂ ਪਾਪ ਹੀ ਨਾ ਕਰੀਏ ਤੇ ਤੈਨੂੰ ਬਖਸ਼ਣਹਾਰਾ ਕਿਹਨੇ ਕਹਿਣਾ। ਇਹ ਅੰਦਰ ਦੀ ਗੱਲ ਇੱਕ ਪ੍ਰੇਮਾ ਭਗਤੀ ਦੇ ਵਿੱਚ ਆ ਕੇ ਭਗਤ ਰਵਿਦਾਸ ਸਾਹਿਬ ਜੀ ਨੇ ਕੋਈ ਪਾਪ ਨਹੀਂ ਕੀਤਾ, ਕੋਈ ਮਾੜਾ ਕਰਮ ਨਹੀਂ ਕੀਤਾ, ਪਰ ਆਪਣੇ ਆਪ ਨੂੰ ਪਾਪੀ ਕਹਿ ਕੇ, ਨੀਵਾਂ ਕਹਿ ਕੇ ਵਡਿਆਈ ਮੇਰੇ ਮਾਲਕ ਨੂੰ ਦੇ ਰਹੇ ਨੇ। ਤੁਮ ਸਮਸਰ ਨਾਹੀ ਦਇਆਲ। ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਤੇਰੇ ਵਰਗਾ ਦਇਆਲੂ ਕੋਈ ਨਹੀਂ। ਜਦੋਂ ਲੋੜ ਪਈ ਤੇ ਤੂੰ ਮਾਂ ਦੇ ਰੂਪ ਵਿੱਚ ਆਇਆ, ਮੈਨੂੰ ਲੋੜ ਪਈ ਤੂੰ ਪਿਓ ਦੇ ਰੂਪ ਦੇ ਵਿੱਚ ਮਿਲਿਆ, ਮੈਨੂੰ ਲੋੜ ਪਈ ਤੂੰ ਭਰਾਵਾਂ ਦੇ ਰੂਪ ਦੇ ਵਿੱਚ, ਤੂੰ ਭੈਣਾਂ ਦੇ ਰੂਪ ਦੇ ਵਿੱਚ, ਤੂੰ ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ, ਪਤਾ ਨਹੀਂ ਤੇਰੇ ਕਿੰਨੇ ਕੁ ਰੂਪ ਹਨ। ਤੂੰ ਬੜਾ ਦਿਆਲੂ ਹੈ। ਜਦੋਂ ਮੈਨੂੰ ਲੋੜ ਪਈ, ਪਤਾ ਨਹੀਂ ਤੂੰ ਕਿਹੜੇ ਕਿਹੜੇ ਰੂਪ ਧਾਰਨ ਕਰਕੇ ਆ ਗਿਆ। ਤੇ ਅਸੀਂ ਬਹੁਤ ਵੱਡੇ ਪਾਪੀ ਹਾਂ, ਸਾਡੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਮੇਰੇ ਦਾਤਿਆ ਦਿਆਲੂ ਕੋਈ ਨਹੀਂ। ਤੁਮ ਸਮਸਰ ਨਾਹੀ ਦਇਆਲ, ਮੋਹੇ ਸਮਸਰ ਪਾਪੀ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਓ ਆਰੰਭਕ ਪੰਕਤੀਆਂ ਪੜ੍ਹ ਕੇ ਪਾਵਨ ਸ਼ਬਦ ਦੀ ਵਿਚਾਰ ਹੈ ਜਿਹੜੀ ਉਹਦੀ ਅੱਜ ਸੰਪੰਨਤਾ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਗ੍ਰਹਿ ਤਜ ਬਨ ਖੰਡ ਜਾਈਐ, ਚੁੰਨ ਖਾਈਐ ਕੰਦਾ, ਅਜੋਂ ਬਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਪਾਵਨ ਗੁਰਬਾਣੀ ਗੁਰ ਸ਼ਬਦ ਕਥਾ ਵਿਚਾਰ ਕਰਦਿਆਂ ਇੱਕ ਨਹੀਂ, ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਸੋ ਜਿੰਨੀਆਂ ਸੰਗਤਾਂ ਨੇ ਪਾਵਨ ਗੁਰਬਾਣੀ ਗੁਰ ਸ਼ਬਦ ਕਥਾ ਵਿਚਾਰ ਨੂੰ ਸ਼ਰਵਣ ਕੀਤਾ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ। ਔਗੁਣਾ ਚਿਤਾਰਨੇ ਇਸ ਸਥਾਨ ਤੋਂ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਦਾਸ ਨੂੰ ਗੁਰੂ ਬਖਸ਼ਿਸ਼ ਸਦਕਾ ਬੜਾ ਕੁਝ ਪ੍ਰਾਪਤ ਹੋਇਆ ਹੈ। ਗੁਰੂ ਦੀ ਬਖਸ਼ਿਸ਼ ਹੈ। ਬਚਪਨ ਤੋਂ ਹੀ ਦਾਸ ਲਗਭਗ ਇੱਥੇ 1997 ਤੋਂ ਲੈ ਕੇ ਲਗਭਗ 1 ਫਰਵਰੀ 2018 ਤੱਕ ਗੁਰੂ ਸਾਹਿਬ ਜੀ ਨੇ ਮੈਨੂੰ ਇਸ ਸਥਾਨ ਦੀ ਜਿਹੜੀ ਸੇਵਾ ਸੀ, ਵੱਖੋ ਵੱਖ ਰੂਪ ਦੇ ਵਿੱਚ ਸੇਵਾਵਾਂ ਇਹ ਬਖਸ਼ੀਆਂ ਸਨ। ਗੁਰੂ ਬਖਸ਼ਿਸ਼ ਸਦਕਾ ਅੱਜ ਮੈਂ ਉਸ ਸਥਾਨ 'ਤੇ ਹਾਂ ਜਿੱਥੇ ਸੰਤ ਤੇਜਾ ਸਿੰਘ ਜੀ ਟ੍ਰਿਪਲ MA ਅਮਰੀਕਾ ਦੀ ਧਰਤੀ 'ਤੇ ਕੈਲੀਫੋਰਨੀਆ ਵਿਖੇ, ਜੋ ਕਿ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਹੈ, ਉੱਥੋਂ ਦੇ ਉਹ ਪਹਿਲੇ ਉੱਥੋਂ ਦੇ ਪ੍ਰੈਜ਼ੀਡੈਂਟ ਸਨ, ਭਾਵ ਪ੍ਰਧਾਨ ਮੈਨੇਜਮੈਂਟ ਦੇ ਆਗੂ ਸਨ, ਅਤੇ ਨਾਲੋਂ ਨਾਲ ਉਹ ਇੰਜ ਕਹਿ ਲਓ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ। ਅਤੇ ਉਸੇ ਜਗ੍ਹਾ ਦੀ ਸਥਾਨ ਦੀ ਸੇਵਾ ਗੁਰੂ ਸਾਹਿਬ ਜੀ ਨੇ ਦਾਸ ਨੂੰ ਉੱਥੇ ਹੈੱਡ ਗ੍ਰੰਥੀ ਔਰ ਕਥਾਵਾਚਕ ਦੀ ਬਖਸ਼ਿਸ਼ ਕੀਤੀ ਹੈ। ਔਰ ਅਮਰੀਕਾ ਦੀਆਂ ਕੈਲੀਫੋਰਨੀਆ ਸਟਾਕਟਨ ਦੀਆਂ ਸਮੁੱਚੀਆਂ ਸੰਗਤਾਂ ਦਾ ਵੀ ਦਾਸ ਅਤੀ ਰਿਣੀ ਹੈ, ਉਹਨਾਂ ਦਾ ਵੀ ਧੰਨਵਾਦ। ਸੋ ਇੱਥੋਂ ਸਮੁੱਚੀ ਮੈਨੇਜਮੈਂਟ ਦਾ, ਅਕਾਲ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਅਤੇ ਸਮੁੱਚੇ ਸਾਰੇ ਜਿੰਨੇ ਵੀ ਮੇਰੇ ਵੀਰ ਭਰਾ ਸੇਵਾਦਾਰ ਰਾਗੀ ਗ੍ਰੰਥੀ ਸਿੰਘ ਹਨ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਦਾਸ ਨੇ ਇਹ ਮਾਨ ਸਨਮਾਨ ਬਖਸ਼ਿਸ਼ ਕੀਤਾ। ਕੋਟਾਨ ਕੋਟ ਸ਼ੁਕਰ ਸ਼ੁਕਰਾਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।